रेट ऑफ रिएक्शन की है चेंज इन द कंसनट्रेशन ऑफ रिएक्टेंट और प्रोडक्ट। रिएक्टेंट सानू पता है ਜਿਹੜਾ ਅਸੀਂ ਸਟਾਰਟਿੰਗ ਮਟੀਰੀਅਲ ਲੈਂਦੇ ਹਾਂ ਜਾਂ ਫਿਰ ਸਟਾਰਟਿੰਗ ਕੈਮੀਕਲਸ ਲੈਂਦੇ ਹਾਂ ਉਹਨਾਂ ਨੂੰ ਅਸੀਂ ਰਿਐਕਟੈਂਟ ਕਰਦੇ ਹਾਂ ਔਰ ਰਿਐਕਟੈਂਟਸ ਨੂੰ ਰਿਐਕਟ ਕਰਕੇ ਜੋ ਸਾਡੇ ਕੋਲ ਮਿਲਦਾ ਉਹਨੂੰ ਅਸੀਂ ਕਹਿੰਦੇ ਹਾਂ ਪ੍ਰੋਡਕਟਸ। ਤੇ ਚੇਂਜ ਇਨ ਦਾ ਕੰਸਨਟ੍ਰੇਸ਼ਨ ਆਫ ਰਿਐਕਟੈਂਟ, ਕੰਸਨਟ੍ਰੇਸ਼ਨ ਦਾ ਮਤਲਬ ਹੈ ਕਿ ਅਮਾਊਂਟ। ਅਗਰ ਤੁਸੀਂ 100 ਗ੍ਰਾਮ ਸਪੋਜ਼ ਕਰੋ ਸਟਾਰਟਿੰਗ 'ਚ ਰਿਐਕਟੈਂਟ ਲਿਆ ਹੈ ਤਾਂ ਕਿੰਨਾ ਚੇਂਜ ਹੋ ਗਿਆ ਥੋੜ੍ਹੇ ਟਾਈਮ ਬਾਅਦ। ਮਤਲਬ ਅਗਰ ਅਸੀਂ 100 ਗ੍ਰਾਮ ਸਟਾਰਟਿੰਗ 'ਚ ਲੈਂਦੇ ਹਾਂ ਅਤੇ 20 ਕੰਜ਼ਿਊਮ ਹੋ ਗਿਆ, ਰਿਮੇਨਿੰਗ ਰਹਿ ਗਿਆ 80। ਤੇ ਚੇਂਜ ਇਨ ਦਾ ਕੰਸਨਟ੍ਰੇਸ਼ਨ ਆਫ ਰਿਐਕਟੈਂਟ ਵਿਦ ਰਿਸਪੈਕਟ ਟੂ ਟਾਈਮ ਇਜ਼ ਨੋਨ ਐਜ਼ ਰੇਟ ਆਫ ਰਿਐਕਸ਼ਨ। ਜਾਂ ਫਿਰ ਪ੍ਰੋਡਕਟ ਦੀ ਫੋਰਮ ਦੇ ਵਿੱਚ ਅਸੀਂ ਦੇਖੀਏ, ਅਗਰ ਸਪੋਜ਼ ਕਰੋ 100 ਰਿਐਕਟੈਂਟ ਸੀ ਸਟਾਰਟਿੰਗ ਦੇ ਵਿੱਚ, ਪ੍ਰੋਡਕਟ 0 ਸੀ ਹਜੇ ਰਿਐਕਸ਼ਨ ਕਿਉਂਕਿ ਸਟਾਰਟ ਨਹੀਂ ਹੋਈ। ਪਰ ਅਗਰ ਰਿਐਕਟੈਂਟ 80 ਹੋ ਗਿਆ ਅਤੇ ਕਿੰਨਾ ਰਿਐਕਟੈਂਟ ਯੂਜ਼ ਹੋ ਗਿਆ 20, ਇਟ ਮੀਨਸ 20 ਪ੍ਰੋਡਕਟ ਬਣ ਗਿਆ ਹੁਣ। ਇਟ ਮੀਨਸ ਚੇਂਜ ਇਨ ਦ ਕੰਸਨਟ੍ਰੇਸ਼ਨ ਆਫ ਰਿਐਕਟੈਂਟ ਔਰ ਚੇਂਜ ਇਨ ਦ ਕੰਸਨਟ੍ਰੇਸ਼ਨ ਆਫ ਪ੍ਰੋਡਕਟ। ਜਿੱਥੇ 0 ਪ੍ਰੋਡਕਟ ਸੀ ਹੁਣ ਕਿੰਨਾ ਬਣ ਗਿਆ 20 ਵੱਧ ਗਿਆ। ਅਤੇ ਇਸ ਕਰਕੇ ਅਸੀਂ ਇਹਨੂੰ ਰਿਐਕਟੈਂਟ ਜਾਂ ਪ੍ਰੋਡਕਟ ਦੀ ਫੋਰਮ 'ਚ ਦੋਨਾਂ 'ਚ ਲਿਖ ਸਕਦੇ ਹਾਂ। ਹੁਣ ਸਪੋਜ਼ ਕਰੋ ਸਾਡੇ ਕੋਲ ਕੋਈ ਰਿਐਕਸ਼ਨ ਹੈ, ਆਰ ਰਿਐਕਟੈਂਟਸ ਨੇ, ਪੀ ਜਿਹੜੇ ਉਹਦੇ ਪ੍ਰੋਡਕਟ ਹੈ। ਅਤੇ ਰੇਟ ਆਫ ਰਿਐਕਸ਼ਨ ਦੇ ਵਿੱਚ ਕੀ ਗੱਲ ਕਰਾਂਗੇ ਆਪਾਂ, ਡੈਲਟਾ ਆਰ ਓਵਰ ਡੈਲਟਾ ਟੀ। ਰਿਐਕਟੈਂਟ ਕਿੰਨਾ ਚੇਂਜ ਹੋਇਆ ਔਰ ਕਿੰਨਾ ਟਾਈਮ ਦੇ ਵਿੱਚ ਹੋਇਆ, ਉਨਾ ਹੀ ਟਾਈਮ ਦੇ ਵਿੱਚ ਪ੍ਰੋਡਕਟ ਕਿੰਨਾ ਬਣਿਆ ਔਰ ਕਿੰਨੇ ਟਾਈਮ ਤੋਂ ਬਾਅਦ। ਇਟ ਮੀਨਸ ਕਿ ਨਾਲੇ ਇੱਥੇ ਇੱਕ ਚੀਜ਼ ਹੋਰ ਦੇਖਣ ਦੀ ਜ਼ਰੂਰਤ ਹੈ, ਇੱਥੇ ਅਸੀਂ ਮਾਈਨਸ ਸਾਈਨ ਆਰ ਦੇ ਸਾਹਮਣੇ ਲਿਆ ਹੈ ਪਰ ਪ੍ਰੋਡਕਟ ਦੇ ਸਾਹਮਣੇ ਨਹੀਂ ਲਿਆ। ਆਰ ਦੇ ਸਾਹਮਣੇ ਅਸੀਂ ਇਸ ਕਰਕੇ ਮਾਈਨਸ ਸਾਈਨ ਲਿਆ ਹੈ ਕਿਉਂਕਿ ਰਿਐਕਟੈਂਟ ਪਹਿਲਾਂ ਜ਼ਿਆਦਾ ਹੁੰਦਾ ਹੈ। ਜਦੋਂ ਰਿਐਕਸ਼ਨ ਹੁੰਦੀ ਹੈ ਰਿਐਕਟੈਂਟ ਘੱਟਦਾ ਜਾਂਦਾ ਹੈ। ਜਿੱਦਾਂ ਕਿ ਮੈਂ ਹੁਣੇ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਅਗਰ ਟਾਈਮ 0 ਹੈ, ਸਟਾਰਟਿੰਗ ਦੇ ਵਿੱਚ ਰਿਐਕਟੈਂਟ ਜੋ ਹੈ 100 ਹੈ ਪਰ ਪ੍ਰੋਡਕਟ ਤਾਂ ਬਣਿਆ ਨਹੀਂ, 0 ਹੈ। ਲੇਕਿਨ ਅਗਰ ਕੁਛ ਟਾਈਮ ਬਾਅਦ, ਅਗਰ 10 ਮਿੰਟਸ ਬਾਅਦ ਮੈਂ ਦੇਖਾਂ, ਮੰਨ ਲਓ ਮੇਰਾ 20% ਰਿਐਕਟੈਂਟ ਜੋ ਹੈ ਉਹ ਯੂਜ਼ ਹੋ ਗਿਆ, ਮੇਰੇ ਕੋਲ ਰਹਿ ਗਿਆ 80, ਅਮਾਊਂਟ ਘੱਟ ਗਈ ਰਿਐਕਟੈਂਟ ਦੀ ਅਮਾਊਂਟ ਘੱਟਦੀ ਜਾਏਗੀ, ਪ੍ਰੋਡਕਟ ਦੀ ਵੱਧਦੀ ਜਾਏਗੀ, ਤਾਂ ਹੀ ਉਹ ਰਿਐਕਸ਼ਨ ਜਿਹੜੀ ਆ ਅੱਗੇ ਪ੍ਰੋਸੀਡ ਕਰੇਗੀ। ਇਸ ਕਰਕੇ ਇੱਥੇ ਅਸੀਂ ਮਾਈਨਸ ਸਾਈਨ ਲਗਾਉਂਦੇ ਹਾਂ ਰਿਐਕਟੈਂਟਸ ਦੇ ਨਾਲ, ਜਦ ਕਿ ਪ੍ਰੋਡਕਟ ਕਿਉਂਕਿ ਬਣਦੇ ਜਾਂਦੇ ਆ, ਇਨਕਰੀਜ਼ ਹੁੰਦੇ ਆ, ਇਸ ਕਰਕੇ ਪ੍ਰੋਡਕਟਸ ਦੇ ਉੱਪਰ ਪੋਜ਼ੀਟਿਵ ਸਾਈਨ ਹੀ ਰਹਿੰਦਾ ਹੈ। ਇੱਦਾਂ ਹੀ ਅਗਰ ਮੈਂ ਰਿਐਕਸ਼ਨ ਨੂੰ ਸਟੋਇਕੋਮੈਟ੍ਰਿਕ ਕੋਫੀਸ਼ੀਐਂਟਸ ਦੇ ਰਿਸਪੈਕਟ ਦੇ ਵਿੱਚ ਸ਼ੋ ਕਰਾਂ ਤਾਂ ਸਟੋਇਕੋਮੈਟ੍ਰਿਕ ਕੋਫੀਸ਼ੀਐਂਟਸ ਨੂੰ ਅਸੀਂ ਰੈਸੀਪ੍ਰੋਕਲ ਦੇ ਵਿੱਚ ਲਿਖ ਕੇ ਸੇਮ ਐਜ਼ ਇਟ ਇਜ਼ ਰਿਐਕਟੈਂਟਸ ਓਵਰ ਡੈਲਟਾ ਟੀ, ਦੈਨ -1 ਓਵਰ ਬੀ, डेल्टा बी ओवर डेल्टा टी। लेकिन प्रोडक्ट ਦੇ ਵਿੱਚ ਆ ਜਾਏਗਾ ਤਾਂ ਪੋਜ਼ੀਟਿਵ ਸਾਈਨ ਆਏਗਾ 1 ਓਵਰ ਸੀ, ਡੈਲਟਾ ਸੀ ਓਵਰ ਡੈਲਟਾ ਟੀ ਇਕੁਅਲਸ ਟੂ 1 ਓਵਰ ਡੀ, ਡੈਲਟਾ ਡੀ ਓਵਰ ਡੈਲਟਾ ਡੀ। ਲੇਕਿਨ ਇੱਥੇ ਇੱਕ ਧਿਆਨ ਦੇਣ ਵਾਲੀ ਗੱਲ ਹੈ ਕਿ ਫॉर ਇੰਸਟੈਂਟੇਨੀਅਸ ਰਿਐਕਸ਼ਨ ਮਤਲਬ ਜਿਹੜੀ ਫਾਸਟ ਹੋ ਜਾਂਦੀ ਹੈ, ਉਹਦੇ ਵਿੱਚ ਕਿੰਨਾ ਚੇਂਜ ਆਇਆ ਸਾਨੂੰ ਫਟਾਫਟ ਨਹੀਂ ਪਤਾ ਲੱਗਦਾ। ਇਸ ਕਰਕੇ ਅਸੀਂ ਉੱਥੇ ਡੈਲਟਾ ਨੂੰ ਰਿਪਰੈਜ਼ੈਂਟ ਕਰਦੇ ਹਾਂ। ਦਿਸ ਟਰਾਇੰਗਲ ਇਜ਼ ਨੋਨ ਐਜ਼ ਡੈਲਟਾ। ਇਸ ਡੈਲਟਾ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਡੀ ਦੇ ਨਾਲ। ਇਟ ਮੀਨਸ ਪਾਰਸ਼ੀਅਲ ਚੇਂਜ ਹੁੰਦਾ ਹੈ ਫਾਸਟ ਰਿਐਕਸ਼ਨਸ ਦੇ ਵਿੱਚ ਔਰ ਲਾਰਜ ਚੇਂਜ ਹੁੰਦਾ ਹੈ ਸਲੋ ਰਿਐਕਸ਼ਨਸ, ਜੋ ਕਿ ਅਸੀਂ ਈਜ਼ੀਲੀ ਡਿਟਰਮਾਈਨ ਕਰ ਸਕਦੇ ਹਾਂ। ਰਿਐਕਸ਼ਨਸ ਜਿਹੜੀਆਂ ਬਹੁਤ ਸਾਰੇ ਸਟੈਪਸ 'ਚ ਵੀ ਹੋ ਸਕਦੀਆਂ ਹੈ। ਜਿਹੜੀ ਰਿਐਕਸ਼ਨਸ ਜੋ ਹੈ ਬਹੁਤ ਸਾਰੇ ਸਟੈਪਸ 'ਚ ਹੋ ਸਕਦੀਆਂ, ਇੱਕ ਸਟੈਪ 'ਚ ਵੀ ਹੋ ਸਕਦੀਆਂ, 2 3 ਜਾਂ ਬਹੁਤ ਸਾਰੇ ਸਟੈਪਸ 'ਚ ਵੀ ਹੋ ਸਕਦੀਆਂ। ਲੇਕਿਨ ਜੋ ਸਲੋਐਸਟ ਸਟੈਪ ਹੁੰਦਾ ਹੈ ਕਿਸੇ ਵੀ ਰਿਐਕਸ਼ਨ ਦਾ, ਉਹ ਹੁੰਦਾ ਹੈ ਰੇਟ ਡਿਟਰਮਾਈਨਿੰਗ ਸਟੈਪ। ਮੀਨਸ ਉਹੀ ਸਟੈਪ ਤੁਹਾਨੂੰ ਦੱਸਦਾ ਹੈ ਕਿ ਰਿਐਕਸ਼ਨ ਦਾ ਰੇਟ ਫਾਸਟ ਹੈ ਕਿ ਸਲੋ ਹੈ, ਕਿੰਨੀ ਫਾਸਟ ਹੋਏਗੀ ਰਿਐਕਸ਼ਨ। ਫੋਰ ਐਗਜ਼ਾਮਪਲ ਸਪੋਜ਼ ਕਰੋ ਕੋਈ ਰਿਐਕਸ਼ਨ ਹੈ, ਆਰ ਤੋਂ ਤੁਹਾਨੂੰ R1 ਪ੍ਰੋਡਕਟ ਮਿਲ ਗਿਆ, R1 ਫਿਰ ਤੁਹਾਨੂੰ R2 ਪ੍ਰੋਡਕਟ ਦਿੰਦਾ ਹੈ, R2 ਫਿਰ ਤੁਹਾਨੂੰ R3 ਪ੍ਰੋਡਕਟ ਦਿੰਦਾ ਹੈ ਔਰ R3 ਤੋਂ ਤੁਹਾਨੂੰ ਫਾਈਨਲ ਜਿਹੜਾ ਪ੍ਰੋਡਕਟ P ਮਿਲਦਾ ਹੈ। ਹੁਣ ਇਹ ਜੋ ਫਾਈਨਲ ਪ੍ਰੋਡਕਟ ਹੈ, ਸਪੋਜ਼ ਕਰੋ ਇਹ ਸੈਕਿੰਡ ਸਟੈਪ ਇਜ਼ ਦ ਸਲੋ ਸਟੈਪ, ਦੈਨ ਸੈਕਿੰਡ ਸਟੈਪ ਤੁਹਾਨੂੰ ਡਿਟਰਮਾਈਨ ਕਰਾਏਗਾ ਕਿ ਰੇਟ ਆਫ ਰਿਐਕਸ਼ਨ ਜਿਹੜੀ ਹੈ ਕਿਹਦੇ ਉੱਪਰ ਡਿਪੈਂਡ ਕਰਦੀ ਹੈ। ਰੇਟ ਡਿਟਰਮਾਈਨਿੰਗ ਸਟੈਪ ਅਸੀਂ ਸੈਕਿੰਡ ਸਟੈਪ ਨੂੰ ਕਹਾਂਗੇ ਅਗਰ ਉਹ ਸਲੋ ਸਟੈਪ ਹੈਗਾ।